ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਨੀਕ ਸੱਚੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਅਦੁੱਤੀ ਸ਼ਹੀਦੀ ਮਗਰੋਂ ਪੰਜੇ ਬ੍ਰਹਮ ਗਿਆਨੀ ਸਿੱਖ ਲਾਹੌਰੋਂ ਚੱਲ ਕੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ, ਤਦੋਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ 11 ਸਾਲ ਦੀ ਆਯੂ 'ਚ ਅਤਿਅੰਤ ਸੁੰਦਰ ਦੀਵਾਨ ਸਜਾਈ ਬੈਠੇ ਸਨ। ਇਹਨਾਂ ਪੰਜਾਂ ਨੂੰ ਉਦਾਸ ਦੇਖ ਕੇ ਸਭ ਦੇ ਮਨ ਉਦਾਸ ਹੋ ਗਏ। ਆਪ ਜੀ ਦੇ ਪੁੱਛਣ ਤੋਂ ਪਹਿਲਾਂ ਬਾਬੇ ਬਿਧੀ ਚੰਦ ਜੀ, ਫਿਰ ਭਾਈ ਪਿਰਾਣੇ ਜੀ ਨੇ ਧੀਰਜ ਧਾਰ ਕੇ ਸੱਚੇ ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਦੁਖਲੀ ਅਤੇ ਪੂਰਨ ਵੈਰਾਗਮਈ ਅਦੁੱਤੀ ਸ਼ਹੀਦੀ ਦਾ ਅਤਿਅੰਤ ਹੀ ਪ੍ਰੇਮ ਵੈਰਾਗ ਸਹਿਤ ਸੰਪੂਰਨ ਪ੍ਰਸੰਗ ਸੁਣਾਇਆ। ਸ਼੍ਰੀ ਹਰਗੋਬਿੰਦ ਸਾਹਿਬ ਜੀ ਅਤੇ ਪਰਮ ਪੂਜਨਿਕ ਮਾਤਾ ਗੰਗਾ ਜੀ ਅਤੇ ਸਮੂਹ ਸਤ ਸੰਗਤ ਜੀ ਨੇ ਬਹੁਤ ਬਹੁਤ ਵੈਰਾਗ ਕੀਤਾ। ਆਪ ਜੀ ਦਾ ਸੁੰਦਰ ਨੂਰੋ ਨੂਰ ਚਿਹਰਾ ਅੰਗਿਆਰ ਵਾਂਗ ਭਖ ਉੱਠਿਆ। ਡੌਲੇ ਬੁੱਲ ਫਰਕੇ ਭਾਰੀ ਬੀਰਸ ਧਾਰ ਕੇ ਦੰਦ ਕਰੀਚੇ ਤੇ ਭਿਆਨਕ ਬੀਰਸ ਚ ਗੱਜ ਕੇ ਬੋਲੇ, ਕਰਹਿ ਕ੍ਰਿਤ ਪਿਤ ਆਇਸ ਕੋ ਲੇ, ਜੇ ਨਹਿ ਚੰਦੂ ਕੋ ਹਮ ਗਹੈਂ, ਮੁਸ਼ਕੈ ਬੰਦੀ ਜੇ ਨਾ ਜਗ ਲਹੈਂ, ਤੋ ਹਮਰੇ ਸਿਰ ਦੋਸ਼ ਬਿਸਾਲੇ, ਚੜ੍ਹੋ ਜਿਨੋ ਫਲ ਦੁਖਤ ਕਰਾਲੇ, ਜੇ ਨਿਤ ਵਿਸ਼ਯਨ ਪਰੇ ਪਰਦਾਰਾ, ਕਹਿ ਪਰ ਦਰਬ ਚੋਰ ਬਟ ਪਾਰਾ। ਬ੍ਰਹਮ ਬੀਰ ਰਸ ਦੇ ਦਾਤੇ ਸੱਚੇ ਪਾਤਸ਼ਾਹ ਜੀ ਦੀ ਬੀਰਸੀ ਦਾ ਕਥਨ ਕਿਵੇਂ ਹੋਵੇ। ਸੱਚੇ ਸਤਿਗੁਰੂ ਸਾਹਿਬ ਜੀ ਦਾ ਖਾਣਾ ਪੀਣਾ ਪਹਿਨਣਾ ਬੋਲਣਾ ਸੁਣਨਾ ਅਤੇ ਸਾਰਾ ਵਾਤਾਵਰਨ ਭਗਤੀ ਸਹਿਤ ਬੀਰ ਰਸ 'ਚ ਰੰਗਿਆ ਗਿਆ। ਮਸੰਦਾਂ ਤੋਂ ਲਿਸੀਆਂ ਗੱਲਾਂ ਸੁਣ ਕੇ ਪਰਮ ਪੂਜਨੀਕ ਮਾਤਾ ਗੰਗਾ ਜੀ ਦੇ ਚਿੰਤਾ ਕਰਨ ਤੋਂ ਆਪ ਜੀ ਨੇ ਇਹ ਬੀਰਸੀ ਦਲੇਰੀ ਦੇ ਬਚਨ ਕਹੇ। ਨਹਿ ਚਿੰਤਾ ਚਿਤ ਕੀਜੈ ਮਾਈ, ਹਮਰੇ ਪੁਰਖ ਅਕਾਲ ਸਹਾਈ, ਹਿਰਦੈ ਅਲਪ ਜੇ ਅਹੈ ਮਸੰਦ, ਸੁਨ ਰਣ ਕੋ ਡਰ ਧਰੈ ਬਿਲੰਦ, ਮੈਂ ਪਰਬਤ ਕੋ ਗਰਦ ਮਿਲਾਵੋਂ, ਰਜ ਕੰਨ ਕੋ ਸਮ ਮੇਰ ਬਣਾਵੋਂ। ਵੈਰਾਗ ਧਿਆਨ ਦਾ ਚਿੰਨ੍ਹ ਕਾਲੀ ਉੱਨ ਜਾਂ ਰੇਸ਼ਮੀ ਗੁੰਦੀ ਹੋਈ ਰੱਸੀ ਸੇਲੀ ਨੂੰ ਫਕੀਰ ਸਾਫੇ ਜਾਂ ਟੋਪੀ 'ਤੇ ਬੰਨ੍ਹਦੇ ਜਾਂ ਗਲ 'ਚ ਪਾਉਂਦੇ ਹਨ। ਸੱਚੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਤੱਕ ਸੇਲੀ ਰਹੀ। ਆਪ ਜੀ ਲਈ ਮਸੰਦ ਸੇਲੀ ਲਿਆਏ। ਆਪ ਜੀ ਨੇ ਨਮਸਕਾਰ ਕਰਕੇ ਤੋਸ਼ੇਖਾਨੇ 'ਚ ਰਖਵਾ ਦਿੱਤੀ ਤੇ ਬੀਰ ਰਸੀ ਸਹਿਤ ਗੱਜ ਕੇ ਕਿਹਾ, ਸੰਤਨ ਕੇਰ ਵਿਰੋਧੀ ਮਾਰੋਂ, ਗਾਹੋਂ ਸ਼ਸਤਰ ਸੰਗ ਮਾਲਾ ਧਾਰੋਂ। ਬਾਬਾ ਬੁੱਢਾ ਜੀ ਨੇ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਨਹਿਰੀ ਤਾਰਾਂ ਵਾਲੀ ਸੁੰਦਰ ਦਸਤਾਰ ਸਜਾਈ। ਪਰਮ ਪੂਜਨਿਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਸਾਹਿਬ ਜੀ ਨੇ ਸੁਨਹਿਰੀ ਮੁੱਠੇ ਵਾਲੀਆਂ ਸੱਜੇ ਖੱਬੇ 2 ਸ੍ਰੀ ਸਾਹਿਬਾਂ ਪਹਿਨਾਈਆਂ। ਦੋਏ ਤਲਵਾਰਾਂ ਧਾਰ ਕੇ ਬਹਿ ਸੋ ਤਖਤ ਅਕਾਲ, ਸੰਤਨ ਕੋ ਸੁਖਦਾਏ ਅਤ, ਸਤਰਨ ਕੋ ਸਮਕਾਲ। 2 ਤਲਵਾਰੀ ਬੱਧੀਆਂ, ਇੱਕ ਮੇਰੀ ਦੀ ਤੇ ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਪਲਕ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇੱਕ ਸ੍ਰੀ ਸਾਹਿਬ ਜੀ ਸਾਰੀ ਰਚਨਾ ਦੀ ਮੀਰੀ ਪਾਤਸ਼ਾਹੀ ਰਾਜਦੇ ਹਨ। ਦੂਜੇ ਸ੍ਰੀ ਸਾਹਿਬ ਜੀ ਖੰਡ ਬ੍ਰਹਿਮੰਡ ਰਚਣ ਤੇ ਲੈ ਕਰਨ ਵਾਲੀ ਅੰਤਕਲਾਵਾਨ ਪੀਰੀ ਸ਼ਕਤੀ ਅਜ਼ਮਤ ਕਰਾਮਾਤ ਸਹਿਤ ਹਨ। ਇੱਕ ਵਾਹਿਗੁਰੂ ਜੀ ਦੇ ਵਜ਼ੀਰ ਸੰਤ ਦੀ ਰੱਖਿਆ ਕਰਦੇ ਹਨ। ਖੁਰਾਸਾਨ ਭਾਵ ਅਫਗਾਨੀ ਤੁਰਕਿਸਤਾਨ ਦੇ ਸ਼ਹਿਰ ਬਲਖ ਅਤੇ ਬਖੀਰ ਦੇ ਕਿਲ੍ਹਿਆਂ ਦੇ ਦਰਵਾਜ਼ੇ ਭੰਨਣ ਅਤੇ ਕਰੋੜਾਂ ਕਿਲ੍ਹੇ ਜਿੱਤਣ ਦੀ ਆਪ ਜੀ ਦੀਆਂ ਬਾਹਾਂ 'ਚ ਹਿੰਮਤ ਹੈ। ਆਪ ਜੀ ਦੇ ਨਾਲ ਨਲ ਨੀਲ ਨਾਲੋਂ ਵੱਧ ਬਹਾਦਰ ਸੂਰਬੀਰ ਹਨ
ਜੋ ਬਦ ਚੱਲਣ ਦੀ ਕਿਰਿਆ ਕਰਨ ਵਾਲੇ ਦੁਸ਼ਟਾਂ ਦੇ ਮਾਰਨ ਦੀ ਬਹਾਦਰੀ ਕਰਦੇ ਹਨ। ਹੇ ਦਾਤੇ ਸਤਿਗੁਰੂ ਸਾਹਿਬ ਜੀ, ਸੱਚੇ ਪਾਤਸ਼ਾਹੀ ਜੀ ਦੇ ਉੱਚੇ ਰੁਤਬੇ, ਇੱਜ਼ਤ, ਸਤਿਕਾਰ ਅਤੇ ਪੰਜਾਂ ਵਿਕਾਰਾਂ ਨੂੰ ਜਿੱਤਣ ਵਾਲੀ, ਸਦਾ ਲਈ ਧਰਮ ਯੁੱਧ ਜਿੱਤਣ ਵਾਲੀ ਜੈਸੀ ਆਪ ਜੀ ਦੀ ਪੱਗ ਹੈ, ਵੈਸੀ ਜਹਾਂਗੀਰ ਦੀ ਪੱਗ ਕੀ ਹੋ ਸਕਦੀ ਹੈ। ਪ੍ਰੇਮੀ ਸਿੱਖਾਂ ਨੇ ਸੱਚੇ ਸਤਿਗੁਰੂ ਸਾਹਿਬ ਜੀ ਦਾ ਪੂਰਨ ਧਿਆਨ ਧਾਰ ਕੇ ਨਿਹਾਲ ਹੋਣਾ ਹੈ। ਆਪ ਜੀ ਨੇ ਪ੍ਰੇਮੀਆਂ ਦੀ ਕਲਿਆਣ ਹਿੱਤ ਪ੍ਰੇਮੀਆਂ ਅੰਦਰ ਵੀਰ ਰਸ, ਸ਼ਾਂਤ ਰਸ, ਪ੍ਰੇਮਾ ਭਗਤੀ ਆਦਿ ਅਨੇਕਾਂ ਗੁਣ ਬਖਸ਼ਣ ਲਈ ਸੁੰਦਰ ਸੋਹਣਾ ਮਨ ਮੋਹਣਾ ਵੀਰ ਰਸੀ ਅਤਿਅੰਤ ਪਿਆਰਾ ਗੁਰਮੁਖੀ ਬਾਣਾ ਪਹਿਰਿਆ, ਬਹੁਤੇ ਪੱਲਿਆਂ ਵਾਲਾ ਸੁੰਦਰ ਚੋਲਾ ਤੇ ਅਤਿਅੰਤ ਮਜ਼ਬੂਤ ਕਮਰ ਕੱਸਾ ਸਜਾਇਆ। ਪਰਮ ਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਨੇ ਮੈਂ ਗੁਰਮਿਲ ਉੱਚ ਦਮਾਲੜਾ ਅਨੁਸਾਰ ਸੁੰਦਰ ਦਮਾਲਾ ਸਜਾਇਆ। ਸੁੰਦਰ ਦਮਾਲੇ 'ਚ ਮੋਤੀਆਂ ਦੇ ਗੁੱਛਿਆਂ ਸਹਿਤ ਉੱਚੀ ਕਲਗੀ ਸਜਾਈ, ਹੀਰੇ ਜੜਤ ਚੱਕਰ, ਜਿਨ੍ਹਾਂ ਨੂੰ ਦੇਖ ਕੇ ਪ੍ਰੇਮੀਆਂ ਦੇ ਦਿਲ ਖਿੜ ਜਾਂਦੇ ਸਨ, ਪਾਪੀਆਂ ਦੇ ਦਿਲ ਕੰਬ ਜਾਂਦੇ ਸਨ। ਜੰਗ ਵਿੱਚ ਸੱਚੇ ਸਤਿਗੁਰੂ ਸਾਹਿਬ ਜੀ ਤੇ ਵਾਰ ਕਰਨ ਸਮੇਂ ਵੈਰੀ ਦਾ ਨਿਸ਼ਾਨਾ ਉੱਕ ਜਾਂਦਾ। ਕਲਗੀ ਜੋ ਕਿ ਰਤਨਾਂ ਨਾਲ ਜੜਾਊ ਖੰਭਦਾਰ ਇੱਕ ਭੂਸ਼ਣ ਸੀ, ਅਨੁਸਾਰ ਨੂਰੋ ਨੂਰ ਚਮਕਦਾ ਚੌੜਾ ਮੱਥਾ, ਜਿਸ ਤੇ ਕਦੇ ਤਿਉੜੀ ਨਹੀਂ ਪਈ, ਜਿਹੜਾ ਪਰਮ ਪੂਜਨੀਕ ਸੱਚੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਿਆ, ਜਿਹੜਾ ਮੱਥਾ ਕਰਮ ਲੇਖ ਤੋਂ ਅਲੇਖ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ ਅਨੁਸਾਰ ਕੋਟ ਸੂਰਜਾਂ ਚੰਦਾਂ ਨੂੰ ਪ੍ਰਕਾਸ਼ਨ ਵਾਲਾ ਨੂਰੋ ਨੂਰ ਮੱਥਾ ਹੈ। ਪਰਮ ਪਵਿੱਤਰ ਮੋਢਿਆਂ ਤੋਂ ਸਵਾ ਗਿੱਠ ਉੱਚੀ ਗਰਦਨ 'ਚ ਚਮਕਦੇ ਦਮਕਦੇ ਮੋਤੀਆਂ ਦੀ ਸੁੰਦਰ ਮਾਲਾ ਹੈ। ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਰਨ ਵਾਲੇ ਪਰਮ ਪੂਜਨਿਕ ਸ਼ਸਤਰ ਇਹ ਹਨ। ਇੱਕ ਗੁਰਜ 16 ਸੇਰ ਪੱਕੇ ਦੀ ਕਟਾਰ, 2 ਧਾਰਾ ਖੰਡਾ, 2 ਸ੍ਰੀ ਸਾਹਿਬਾਂ, ਢਾਲ, ਇੱਕ ਪਿਸਤੌਲ, ਇੱਕ ਪੇਸ਼ ਕਬਜ਼, ਤੀਰਾਂ ਦਾ ਭਰਿਆ ਪੱਥਾ, ਹੱਥ ਵਿੱਚ ਸੋਹਣਾ ਧਨੁਸ਼, ਸੰਜੋ, ਸੁੰਦਰ ਦੁਮਾਲੇ ਦੇ ਸਾਹਮਣੇ ਛੋਟਾ ਚੱਕਰ, ਕਿਰਪਾਨ ਖੰਡਾ, ਗੋਡਿਆਂ ਤੱਕ ਲੰਮੀਆਂ ਬਾਹਾਂ 'ਚ ਹਿਫਾਜ਼ਤ ਲਈ ਸਰਬਲੋਹ ਦੇ ਕੜੇ, ਸੀਸ ਤੇ ਸੁਨਹਿਰੀ ਛਤਰ, ਡੌਲਿਆਂ ਦੇ ਬੋਟੇ, ਸਨਦਬੱਧ ਹੋ ਕੇ ਸੁੰਦਰ ਘੋੜੇ ਤੇ ਅਸਵਾਰ ਹੋਏ, ਜਿਸ ਤੇ ਸੁੰਦਰ ਦੁਸ਼ਾਲੇ ਤੇ ਨਵੀਆਂ ਗੱਦੀਆਂ ਤੇ 1.25 ਲੱਖ ਦੀ ਸੁਨਹਿਰੀ ਕਾਠੀ, ਦੋਵੇਂ ਰਕਾਬਾਂ, 14 ਸੇਰ ਕੱਚੇ ਦੀਆਂ, ਘੋੜੇ ਦੇ ਝਾਂਜਰਾਂ ਤੇ ਗਲ 'ਚ ਹਮੇਲਾਂ ਪਾਈਆਂ। ਇਸ ਤਰ੍ਹਾਂ 20 ਰੱਸੀ ਬਾਣਾ ਪਾ ਕੇ ਜਹਾਂਗੀਰ ਵੱਲੋਂ ਲਾਈਆਂ ਪਾਬੰਦੀਆਂ ਚੁੱਕ ਦਿੱਤੀਆਂ। ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਨ ਕੇ ਭਾਰੀ 20 ਰਸ ਧਾਰ ਕੇ ਆਪ ਜੀ ਨੇ ਕਿਹਾ, ਪਰਮ ਪੂਜਨਿਕ ਸੱਚੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸ਼ਾਂਤ ਰਸ 'ਚ ਰਹਿ ਕੇ ਅਕਾਲ ਪੁਰਖ ਜੀ ਦਾ ਭਾਣਾ ਮੰਨ ਕੇ ਵਿਆਪਕ ਵਾਹਿਗੁਰੂ ਜੀ 'ਚ ਲੀਨਤਾ ਸਹਿਤ ਆਪਣੀ ਕੁਰਬਾਨੀ ਦਿੱਤੀ ਹੈ। ਹੁਣ ਆਪਾਂ ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਪਰ, ਪਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ ਜੀ ਦੀ ਕੁਰਬਾਨੀ ਨੂੰ ਹਰ ਵੇਲੇ ਜਪ ਤੇ ਆ ਕੇ ਸੱਚੇ ਸਤਿਗੁਰੂ ਸਾਹਿਬ ਜੀ ਦੇ ਪਰਮ ਪਵਿੱਤਰ ਸ਼ੁਭ ਹੁਕਮ ਨੂੰ ਕਮਾਉਣਾ ਹੈ। ਵਚਨ ਕਮਾਉਣ ਤੋਂ ਬਿਨਾਂ ਧਰਮ ਨਹੀਂ ਰਹਿ ਸਕਦਾ। ਪਰਮ ਪੂਜਨਿਕ ਪਿਤਾ ਜੀ ਆਪ ਸੀਸ ਕੁਰਬਾਨ ਕਰਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ ਅਨੁਸਾਰ ਸੀਸ ਮੰਗ ਰਹੇ ਹਨ। ਸਤਿਗੁਰੂ ਸਾਹਿਬ ਜੀ ਨੂੰ ਆਪਣੇ ਸੀਸ ਅਰਪ ਕੇ ਸੀਸ ਨੂੰ ਮਹਿੰਗੇ ਮੁੱਲ ਵੇਚੋ। ਇਸ ਤਰ੍ਹਾਂ ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਨਵੇਂ ਜਵਾਨ ਭਰਤੀ ਕਰਕੇ ਸਖਤ ਕਸਰਤ ਸ਼ਸਤਰ ਅਭਿਆਸ ਕਰਵਾ ਕੇ ਤਿਆਰ ਬਰ ਤਿਆਰ ਖਾਲਸਾ ਫੌਜ ਤਿਆਰ ਕਰਵਾਈ। ਗੁਰੂ ਜੀ ਨੇ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ, ਸੁੰਦਰ ਕੀਮਤੀ ਘੋੜੇ, ਸ਼ਸਤਰ ਤੇ ਆਪਣੇ ਸਪੁੱਤਰ ਭੇਟਾ ਲਿਆਓ ਤੇ ਸੱਚੇ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪਾਓ, ਨਿਹਾਲ ਹੋ ਜਾਓ। ਪਰਮ ਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੇ ਹੁਕਮਨਾਮੇ ਸੁਣ ਕੇ ਦੂਰੋਂ ਦੂਰੋਂ ਯੋਧੇ ਆ ਕੇ ਸਪੁੱਤਰਾਂ, ਸ਼ਸਤਰਾਂ, ਅਸਵਾਰੀਆਂ, ਬਸਤਰਾਂ, ਜ਼ਮੀਨ, ਸੋਨਾ, ਹੀਰੇ, ਲਾਲਾਂ, ਅਨੇਕ ਪ੍ਰਕਾਰ ਦੀਆਂ ਪ੍ਰੇਮ ਭੇਟਾਵਾਂ ਆਪ ਜੀ ਦੇ ਚਰਨਾਂ 'ਚ ਅਰਪਣ ਕਰਨ ਲੱਗੇ।
ਬੇਅੰਤ ਪ੍ਰੇਮੀ ਪਰਿਵਾਰ ਸਮੇਤ ਚਰਨ ਕਮਲਾਂ 'ਚ ਆ ਕੇ ਗੁਰੂ ਘਰ ਦੀ ਸ਼ੁਭ ਸੱਚੀ ਸੇਵਾ 'ਚ ਲੱਗ ਗਏ। ਰਾਤ ਦਿਨ ਅਥੱਕ ਸੇਵਾ ਕੀਤੀ। ਬੇਅੰਤ ਪ੍ਰੇਮੀਆਂ ਨੇ ਜਾਇਦਾਦਾਂ ਸਮੇਤ ਸਰਵੰਸ ਕੁਰਬਾਨ ਕੀਤਾ। ਸਾਰੀ ਜ਼ਿੰਦਗੀ ਸੇਵਾ ਸਿਮਰਨ ਕਰਕੇ ਗੁਰੂ ਅਰਥ ਧਰਮ ਯੁੱਧਾਂ 'ਚ ਸ਼ਹੀਦ ਹੋਏ। ਗੁਲਾਮ, ਗਰੀਬ, ਸਾਊ, ਨੇਕ, ਧੂੜ 'ਚ ਰੁਲਣ ਵਾਲੇ, ਜਿਨ੍ਹਾਂ ਨੂੰ ਸਰਕਾਰ ਨੌਕਰ ਵੀ ਨਹੀਂ ਸੀ ਰੱਖਦੀ, ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ 'ਚ ਆ ਕੇ ਫੌਜ 'ਚ ਭਰਤੀ ਹੋਣ ਲੱਗੇ। ਸੱਚੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸ਼ਸਤਰ, ਘੋੜੇ, ਗੁਰਬਾਣੀ ਬਖਸ਼ ਕੇ ਬਿਨਾਂ ਪ੍ਰਿਥਵੀ ਦੇ ਰਾਜੇ ਬਣਾ ਦਿੱਤੇ। ਇਸ ਤਰ੍ਹਾਂ ਚਵਰ ਤਖਤ ਛਤਰ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 2 ਵੇਲੇ ਸੁੰਦਰ ਦੀਵਾਨ ਸਜਾਉਂਦੇ। ਗੁਰੂ ਜੀ ਆਪਣੇ ਪ੍ਰੇਮੀਆਂ ਨੂੰ ਹੁਕਮ ਕਰਕੇ ਕਸਰਤ ਕਰਾ ਕੇ ਸ਼ਸਤਰ ਅਭਿਆਸ ਕਰਵਾਉਂਦੇ ਤੇ ਪਹਿਲਵਾਨੀ ਅਖਾੜੇ ਵੀ ਲਾਇਆ ਕਰਦੇ। ਆਪ ਜੀ ਯੋਧਿਆਂ ਦਾ ਮੁਕਾਬਲਾ ਕਰਾਉਂਦੇ, ਜੇਤੂ ਯੋਧਿਆਂ ਨੂੰ ਇਨਾਮ ਤੇ ਉੱਚੇ ਅਹੁਦੇ ਬਖਸ਼ਦੇ। ਸ਼੍ਰੀ ਹਰਗੋਬਿੰਦ ਜੀ ਨੇ ਸਮੂਹ ਪਹਿਲਵਾਨਾਂ 'ਚੋਂ 52 94 ਬਹਾਦਰ ਪਹਿਲਵਾਨ ਆਪਣੇ ਅੰਗ ਰੱਖਿਅਕ ਬਣਾ ਲਏ। ਗੁਰੂ ਜੀ ਅਤੇ ਸਮੂਹ ਯੋਧੇ ਵੱਡੇ ਤੜਕੇ ਉੱਠ ਕੇ ਵਾਹਿਗੁਰੂ ਮੰਤਰ ਜੀ ਦਾ ਜਾਪ, ਗੁਰਬਾਣੀ ਅਭਿਆਸ, ਬਹੁਤ ਲੰਮਾ ਸਮਾਂ ਸ਼ਸਤਰ ਅਭਿਆਸ, ਕਸਰਤ ਕਰਦੇ। ਦਿੱਲੀ ਜ਼ੁਲਮੀ ਤਖਤ ਨਾਲ ਮੱਥਾ ਲਾਉਣਾ ਕੋਈ ਮਾਮੂਲੀ ਗੱਲ ਨਹੀਂ ਸੀ। ਜਿਵੇਂ 21 ਮਣ ਲੋਹਾ ਕੁੱਟ-ਕੁੱਟ ਕੇ 4 ਸੇਰ ਸਾਰ ਲੋਹਾ ਰਹਿ ਜਾਂਦਾ ਹੈ, ਤਿਵੇਂ ਹੀ ਆਪ ਜੀ ਨੇ ਆਪਣੇ ਯੋਧਿਆਂ ਨੂੰ ਕੁੱਟ-ਕੁੱਟ ਕੇ ਐਸੀ ਸਖਤ ਕਸਵੱਟੀ ਤੇ ਲਾਇਆ, ਜਿਸ ਕਰਕੇ ਸਾਰੇ ਸਿੱਖ ਮਿਹਨਤ, ਮਸ਼ੱਕਤ, ਕਸਰਤ, ਨਾਮ ਅਭਿਆਸ ਕਰਕੇ ਨਾਮੀ ਯੋਧੇ ਬਣ ਗਏ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਰਮ ਪਵਿੱਤਰ ਧਰਤੀ ਤੇ ਆਪ ਜੀ ਆਪਣੇ ਸੂਰਬੀਰਾਂ, ਬਹਾਦਰਾਂ, ਨਾਮ ਅਭਿਆਸੀ, ਅਨੰਨ ਭਗਤਾਂ, ਬ੍ਰਹਮ ਗਿਆਨੀਆਂ ਸਮੇਤ ਸੋਭਾ ਸਹਿਤ ਸੱਜ ਰਹੇ ਸਨ। ਪ੍ਰਤੱਖ ਸੱਚਖੰਡ ਦੇ ਨਜ਼ਾਰੇ ਬਣ ਰਹੇ ਸਨ। ਇੱਕ ਪਾਸੇ ਗੁਰੂ ਕਾ ਲੰਗਰ, ਦੂਜੇ ਪਾਸੇ ਗੁਰੂ ਕਾ ਦੀਵਾਨ, ਢਾਡੀ ਵਾਰਾਂ, ਸਰੋਵਰ, ਇਸ਼ਨਾਨ, ਮੱਲ, ਅਖਾੜਿਆਂ 'ਚ ਕੁਸ਼ਤੀਆਂ ਲੜ ਰਹੇ ਸਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਸਾਰਾ ਬ੍ਰਹਿਮੰਡ ਵੀਰ ਅਸੀਂ ਜੈਕਾਰਿਆਂ, ਕੀਰਤਨ ਦੀਆਂ ਧੁਨਾਂ, ਢਾਡੀਆਂ ਦੀਆਂ ਵਾਰਾਂ ਨਾਲ ਗੁਰੂ ਭਗਤੀ ਦੀ ਸੁਗੰਧੀ ਸਹਿਤ ਗੂੰਜ ਉੱਠਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।